हाँ जी, सत श्री अकाल, नमस्ते, आदाब ते सलाम जी सारे पंजाबियों ਨੂੰ। ਦੋਸਤੋ ਤੁਸੀਂ ਦੇਖ ਰਹੇ ਹੋ ਸਹਿਜ ਲਾਈਵ ਟੀਵੀ ਔਰ ਦੋਸਤੋ ਸਾਡਾ ਇੱਕ ਬਹੁਤ ਪਿਆਰਾ ਪ੍ਰੋਗਰਾਮ ਜਿਹੜਾ ਅਸੀਂ ਸ਼ੁਰੂ ਕੀਤਾ ਹੈ ਦਾਸਤਾਨ-ਏ ਜ਼ਿੰਦਗੀ। ਦਾਸਤਾਨ ਜ਼ਿੰਦਗੀ ਦੀ ਹੋਏਗੀ, ਉਹਦੇ ਵਿੱਚ ਜ਼ਿੰਦਗੀ ਦੇ ਨਾਲ ਰਿਲੇਟਡ ਗੱਲਾਂ ਹੋਣਗੀਆਂ ਕਿਉਂਕਿ ਤੁਸੀਂ ਅਕਸਰ ਸਰਕਾਰੀ ਅਫਸਰਾਂ ਨੂੰ ਜਾਂ ਤੁਸੀਂ ਸੈਲੀਬ੍ਰਿਟੀਜ਼ ਨੂੰ ਦੇਖਦੇ ਹੋ ਤੇ ਉਹਨਾਂ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਇਸ ਬੰਦੇ ਦੀ ਜ਼ਿੰਦਗੀ ਸ਼ੁਰੂ ਹੀ ਇੱਥੋਂ ਹੋਈ ਸੀ। ਪਰ ਨਹੀਂ ਦੋਸਤੋ, ਉਹਦੀ ਜ਼ਿੰਦਗੀ ਤੇ ਝਾਤ ਮਾਰਾਂਗੇ, ਜ਼ਿੰਦਗੀ ਦੇ ਵਿੱਚ ਕਿੱਥੋਂ ਸ਼ੁਰੂਆਤ ਹੋਈ ਸੀ ਤੇ ਅੱਜ ਕਿਹੜਾ ਮੁਕਾਮ ਜਿਹੜਾ ਮਿਲਿਆ ਹੋਇਆ ਤੇ ਉਹਦੇ ਬਾਰੇ ਆਪਾਂ ਗੱਲਾਂ ਕਰਾਂਗੇ। ਅੱਜ ਸਾਡੇ ਨਾਲ ਖੇਤੀਬਾੜੀ ਵਿਭਾਗ ਦੇ ਨਾਲ ਰਿਲੇਟਡ ਆਫੀਸਰ ਸਾਡੇ ਨਾਲ ਮੌਜੂਦ ਨੇ ਜੀ, ਰੁੜਕਾ ਕਲਾਂ ਤੋਂ, ਜਿਨ੍ਹਾਂ ਦਾ ਨਾਮ ਹੈ ਡਾਕਟਰ ਰਣਜੀਤ ਸਿੰਘ ਜੀ ਚੌਹਾਨ। ਉਹਨਾਂ ਨਾਲ ਕਰਦੇ ਹਾਂ ਗੱਲਬਾਤ, ਉਹਨਾਂ ਦੀ ਜ਼ਿੰਦਗੀ ਤੇ ਮਾਰਦੇ ਹਾਂ ਝਾਤ। ਆਓ ਜੀ ਸਤਿ ਸ਼੍ਰੀ ਅਕਾਲ ਜੀ ਸਰ। ਪਹਿਲਾਂ ਤਾਂ ਤੁਹਾਡਾ ਸਹਿਜ ਟੀਵੀ ਤੇ ਬਹੁਤ ਬਹੁਤ ਜ਼ਿਆਦਾ ਸਵਾਗਤ ਕਰਦੇ ਹਾਂ ਜੀ। ਜੀ ਔਰ ਧੰਨਵਾਦ ਤੁਹਾਡਾ ਸਰ, ਤੁਹਾਡਾ ਵੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਲਈ ਥੋੜਾ ਜਿਹਾ ਸਮਾਂ ਕੱਢਿਆ ਜੀ। ਤੇ ਅੱਜ ਸਰ ਆਪਾਂ ਗੱਲ ਕਰਾਂਗੇ ਖੇਤੀਬਾੜੀ ਨਾਲ ਰਿਲੇਟਡ। ਪਹਿਲਾਂ ਸ਼ੁਰੂ ਗੱਲ ਕਰਾਂਗੇ, ਤੁਹਾਡਾ ਨਾਮ ਹੈ ਜੀ ਡਾਕਟਰ ਰਣਜੀਤ ਸਿੰਘ ਚੌਹਾਨ ਜੀ। ਤੇ ਆਪਾਂ ਕਿੱਥੋਂ ਬਿਲੋਂਗ ਕਰਦੇ ਹਾਂ ਜੀ? ਮੈਂ ਲੁਧਿਆਣੇ ਨੂੰ ਬਿਲੋਂਗ ਕਰਦਾ ਜੀ। ਤਕਰੀਬਨ 2009 ਦੇ ਵਿੱਚ ਮੈਂ ਇੱਥੇ ਰੁੜ ਕੇ ਜੁਆਇਨ ਕੀਤਾ ਖੇਤੀਬਾੜੀ ਮਹਿਕਮਾ ਜੀ। ਤੇ ਉਸ ਤੋਂ ਬਾਅਦ ਇੱਥੇ ਹੀ ਆ। ਤੇ ਸਰ ਕਿੰਨੇ ਕੁ ਸਾਲ ਹੋ ਗਏ ਮੇਰੀ ਇੱਥੇ ਆਪਾਂ ਨੂੰ ਰੁੜ ਕੇ ਕਲਾਂ? ਆਪਾਂ ਜੇ ਕਹਿ ਲਈਏ ਤਕਰੀਬਨ 12-13 ਸਾਲ ਹੋ ਗਏ ਨੇ ਇੱਥੇ ਆਇਆ ਨੂੰ। 12-13 ਸਾਲ ਹਾਂਜੀ। ਤੇ ਸਰ ਆਪਣੇ ਕਿਵੇਂ ਸ਼ੁਰੂਆਤ ਹੋਈ ਸੀ ਖੇਤੀਬਾੜੀ ਵਿਭਾਗ ਦੇ ਨਾਲ, ਆਪਾਂ ਕਿਵੇਂ ਜੁੜੇ ਸੀ? ਦੇਖੋ ਜੀ, ਖੇਤੀਬਾੜੀ ਵਿਭਾਗ ਦੇ ਵਿੱਚ ਸਾਡਾ ਬੈਕਗਰਾਉਂਡ ਤਾਂ ਐਗਰੀਕਲਚਰ ਨਹੀਂ ਸੀ, ਪਰ ਮੇਰੇ ਬ੍ਰਦਰ ਨਾ ਬੀਟੈਕ ਐਗਰੀਕਲਚਰ ਇੰਜੀਨੀਅਰਿੰਗ ਕਰਨ ਲੱਗੇ ਪੀਏਯੂ ਦੇ ਵਿੱਚ। ਜੀ ਸਰ। ਉਹਨਾਂ ਨੂੰ ਦੇਖ ਕੇ ਉਹਨਾਂ ਨੇ ਫਿਰ ਮੈਨੂੰ ਵੀ ਆਪਣੇ ਤੋਂ ਬਾਅਦ ਪ੍ਰੇਰਿਤ ਕੀਤਾ ਵੀ ਤੂੰ ਬੀਐਸਸੀ ਐਗਰੀਕਲਚਰ ਕਰ 11ਵੀਂ ਤੋਂ ਬਾਅਦ। ਜੀ। ਸੋ 11ਵੀਂ ਤੋਂ ਬਾਅਦ ਮੈਂ 1983 ਦੇ ਵਿੱਚ ਮੈਂ ਫਿਰ ਐਡਮਿਸ਼ਨ ਲਈ ਪੀਏਯੂ ਦੇ ਵਿੱਚ। 88 ਦੇ ਵਿੱਚ ਬੀਐਸਸੀ ਐਗਰੀਕਲਚਰ ਕੀਤੀ ਤੇ ਉਸ ਤੋਂ ਬਾਅਦ ਮੈਂ ਫਿਰ 88 ਤੋਂ ਬਾਅਦ ਜੀ 1999 ਦੇ ਵਿੱਚ ਖੇਤੀਬਾੜੀ ਵਿਭਾਗ ਜੁਆਇਨ ਕੀਤਾ। ਉਦੋਂ ਸਾਡੀ ਪੋਸਟ ਹੁੰਦੀ ਸੀ ਖੇਤੀਬਾੜੀ ਇੰਸਪੈਕਟਰ ਦੀ ਪੋਸਟ ਹੁੰਦੀ ਸੀ। ਉਹਦੇ ਵਿੱਚ ਮੈਂ ਜੁਆਇਨ ਕੀਤਾ ਨਵੰਬਰ 1999 ਦੇ ਵਿੱਚ। ਸਭ ਤੋਂ ਪਹਿਲੀ ਅਪੁਆਇੰਟਮੈਂਟ ਮੇਰੀ ਮਾਨਸਾ ਜ਼ਿਲ੍ਹੇ ਦੇ ਵਿੱਚ ਹੋਈ ਜੀ। ਪਹਿਲਾਂ ਉਹ ਬਠਿੰਡਾ ਜ਼ਿਲ੍ਹਾ ਹੀ ਸੀ, ਮਾਨਸਾ ਨਹੀਂ ਸੀ ਬਣਿਆ। ਮਾਨਸਾ ਜ਼ਿਲ੍ਹਾ ਵੀ ਉਸ ਤੋਂ ਬਾਅਦ ਹੀ ਬਣਿਆ, ਫਿਰ 92 ਦੇ ਵਿੱਚ ਜ਼ਿਲ੍ਹਾ ਬਣਿਆ ਜੀ। 1999 ਦੇ ਵਿੱਚ ਮੈਂ ਜਦੋਂ ਮਾਨਸਾ ਜ਼ਿਲ੍ਹੇ ਦੇ ਵਿੱਚ ਜੁਆਇਨ ਕੀਤਾ, ਬਠਿੰਡੇ 'ਚ ਜੁਆਇਨ ਕਰਨ ਤੋਂ ਬਾਅਦ ਮੇਰੀ ਪੋਸਟਿੰਗ ਹੋ ਗਈ ਬਲਾਕ ਭੀਖੀ ਦੇ ਵਿੱਚ। ਜੀ। ਬਲਾਕ ਭੀਖੀ ਜੀ। ਜ਼ਿਲ੍ਹਾ ਹੁਣ ਉਹ ਮਾਨਸਾ, ਪਹਿਲਾਂ ਉਹ ਬਠਿੰਡਾ ਸੀ। ਤੇ ਮਤਲਬ ਕਹਿਣ ਦਾ ਵੀ 19 ਸਾਲ ਫਿਰ ਉੱਥੇ ਲਾਏ ਜੀ ਆਪਣੀ ਸਰਵਿਸ ਦੇ। ਅੱਧੇ ਤੋਂ ਵੱਧ ਸਾਲ ਆ ਜਿਹੜੇ ਉਹ ਭੀਖੀ ਦੇ ਵਿੱਚ ਲਾਏ ਆ, ਇੱਕੋ ਬਲਾਕ ਦੇ ਵਿੱਚ ਜੀ। ਤੇ ਅੱਜ ਕੱਲ੍ਹ ਫਿਰ ਰਹਿਣ ਬਸੇਰਾ ਕਿੱਥੇ ਹੈ ਜੀ? ਹਾਂ, ਫਿਰ ਉਸ ਤੋਂ ਬਾਅਦ ਨਾ ਮਾਨਸਾ ਤੋਂ ਬਾਅਦ ਬੱਚੇ ਵੱਡੇ ਹੋ ਗਏ ਤੇ ਉਹਨਾਂ ਨੇ ਦੀ ਪੜ੍ਹਾਈ ਦੇ ਲਈ ਫਿਰ ਮੈਨੂੰ ਲੁਧਿਆਣੇ ਆਉਣਾ ਪਿਆ। ਜੀ ਜੀ ਜੀ। ਫਿਰ ਕਿਉਂਕਿ ਅੱਜ ਤਕਰੀਬਨ ਸਾਰੇ ਅੱਜ ਕੱਲ੍ਹ ਪੜ੍ਹੇ ਲਿਖੇ ਜਿਹੜੇ ਇਨਸਾਨ ਨੇ ਉਹਨਾਂ ਦੀ ਇਹੀ ਆ ਵੀ ਜਿਹੜੀ ਲਾਈਨ 'ਚ ਉਹ ਆਪ ਪਿਆ ਹੋਇਆ ਤਾਂ ਬੱਚੇ ਵੀ ਉਸੇ ਲਾਈਨ 'ਚ ਪੈਣ। ਜੀ ਸਰ। ਮੈਂ ਮੈਂ ਵੀ ਕੋਸ਼ਿਸ਼ ਕੀਤੀ ਕਿ ਆਪਣੇ ਬੱਚਿਆਂ ਨੂੰ ਫਿਰ ਪੀਏਯੂ ਦੇ ਵਿੱਚ ਹੀ ਪੜ੍ਹਾਵਾਂ, ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ। ਸੋ ਮੈਂ ਲੁਧਿਆਣੇ ਸੈਟਲ ਹੋਇਆ ਜੀ, ਰਾਜਗੁਰੂ ਨਗਰ ਘਰ ਹੈ। ਜੀ ਜੀ। ਤੇ ਉੱਥੋਂ ਹੀ ਫਿਰ ਬੱਚੇ ਦੋ, ਮੁੰਡਾ ਤੇ ਕੁੜੀ ਹੈ, ਬੇਟਾ ਤੇ ਬੇਟੀ, ਉਹਨਾਂ ਨੂੰ ਦੋਨਾਂ ਨੂੰ ਪੀਏਯੂ ਦੇ ਵਿੱਚ ਪੜ੍ਹਾਇਆ। ਪੀਏਯੂ ਦੇ ਵਿੱਚ ਬੀਐਸਸੀ ਐਗਰੀਕਲਚਰ ਕੀਤੀ ਜੀ ਜੀ ਬੇਟੇ ਨੇ, ਤੇ ਬੀਟੈਕ ਐਗਰੀਕਲਚਰ ਇੰਜੀਨੀਅਰਿੰਗ ਕੀਤੀ ਮੇਰੀ ਬੇਟੀ ਨੇ ਜੀ। ਤੇ ਸਰ ਜਿਹੜਾ ਤੁਸੀਂ ਇਸ ਵਿਭਾਗ ਦੇ ਵਿੱਚ ਬਕਾਇਦਾ ਜਦੋਂ ਤੁਸੀਂ ਐਜ਼ ਏ ਇੰਸਪੈਕਟਰ ਲੱਗੇ, ਵਿਆਹ ਤੋਂ ਪਹਿਲਾਂ ਲੱਗੇ ਸੀ ਜਾਂ ਵਿਆਹ ਤੋਂ ਬਾਅਦ ਲੱਗੇ ਜੀ? ਵਿਆਹ ਤੋਂ ਕਹਿ ਲਈਏ ਬਾਅਦ 'ਚ ਹੀ ਲੱਗਿਆ ਸੀ। ਮੇਰੇ 4-5 ਮਹੀਨੇ ਵਿਆਹ ਹੋਏ ਨੂੰ ਹੋ ਗਏ ਸੀਗੇ। ਪਹਿਲਾਂ ਮੈਂ ਨਾ ਇੱਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਸੀ ਉਸ ਵੇਲੇ ਜੀ। ਪ੍ਰਾਈਵੇਟ ਕੰਪਨੀ ਸੀ ਵਿਮਕੋ, ਮਾਚਿਸ ਦੀਆਂ ਤੀਲਾਂ ਬਣਾਉਂਦੀ ਆ, ਉਹ ਵੀ ਸਾਡੇ ਐਗਰੀਕਲਚਰ ਰਿਲੇਟਡ ਹੀ ਆ ਕਿਉਂਕਿ ਉਹਨਾਂ ਦਾ ਕੰਮ ਸੀ ਪਾਪੂਲਰ ਵਗੈਰਾ ਲਗਵਾਉਂਦੇ ਸੀ ਉਹ ਖੇਤਾਂ ਦੇ ਵਿੱਚ। ਜੀ ਜੀ ਜੀ। ਤੇ ਸਰ ਇਹ ਅਕਸਰ ਇੱਕ ਗੱਲ ਹੁੰਦੀ ਹੈ ਕਿ ਇਨਸਾਨ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਯਾਦ ਇੱਦਾਂ ਦੀ ਜੁੜੀ ਹੁੰਦੀ ਹੈ ਜਿਹਨੂੰ ਬੰਦਾ ਕਦੇ ਵੀ ਨਹੀਂ ਭੁੱਲ ਸਕਦਾ। ਤੇ ਆਈ ਹੋਪ ਤੁਹਾਡੀ ਜ਼ਿੰਦਗੀ 'ਚ ਵੀ ਇੱਦਾਂ ਦਾ ਕੁਛ ਨਾ ਕੁਛ ਜ਼ਰੂਰ ਹੋਇਆ ਹੋਊਗਾ। ਤੇ ਅਸੀਂ ਚਾਹਾਂਗੇ ਸਾਡੇ ਦਰਸ਼ਕਾਂ ਦੇ ਨਾਲ ਜਿਹੜੇ ਆ ਇਹ ਸਰਕਾਰੀ ਅਫਸਰਾਂ ਦੀਆਂ ਜਿਹੜੀਆਂ ਦਿਲ ਦੀਆਂ ਯਾਦਾਂ ਜਿਹੜੀਆਂ ਹੁੰਦੀਆਂ ਨੇ ਉਹ ਸਾਂਝੀਆਂ ਕਰੀਏ। ਬਿਲਕੁਲ ਬਿਲਕੁਲ। ਤੇ ਵੈਸੇ ਕੋਈ ਇੱਦਾਂ ਦੀ ਘਟਨਾ ਮੁੱਖ ਤਾਂ ਨਹੀਂ ਹੈ, ਪਰ ਫਿਰ ਵੀ ਪੀਏਯੂ ਦੇ ਵਿੱਚ ਤੁਹਾਨੂੰ ਪਤਾ ਵੀ ਸਟੂਡੈਂਟਸ ਲਾਈਫ ਆ ਜਿਹੜੀ ਉਹ ਕਿੰਨੀ ਵਧੀਆ ਹੁੰਦੀ ਹੈ। ਜੀ ਜੀ ਜੀ। ਉਹਨੂੰ ਹੁਣ ਮਿਸ ਕਰਦੇ ਹਾਂ ਵੈਸੇ ਤਾਂ, ਕਿਉਂਕਿ ਪੀਏਯੂ ਦੇ ਵਿੱਚ ਪੜ੍ਹਦੇ ਵੇਲੇ ਬੜਾ ਕੁਛ ਉਦੋਂ ਟੂਰ ਵਗੈਰਾ ਜਾਂਦੇ ਸੀ, ਜਾਂ ਅਸੀਂ ਕਹਿ ਲਈਏ ਵੀ ਉੱਥੇ ਹਰ ਐਕਟੀਵਿਟੀਜ਼ ਦੇ ਵਿੱਚ ਭਾਗ ਲੈਂਦੇ ਸੀ। ਉਹ ਮੇਰੀ ਯਾਦਗਾਰ ਹੀ ਹੈ ਇੱਕ ਕਿਸਮ ਦੀ।
ਚਾਹੇ ਉਹ ਡਾਂਸ ਡਰਾਮਾ ਐਂਡ ਮਿਊਜ਼ਿਕ ਕਲੱਬ ਹੋਵੇ, ਜੀ, ਚਾਹੇ ਉਹ ਸੀਗੀ ਸ਼ਬਦ ਗਾਇਨ ਕੰਪੀਟੀਸ਼ਨ ਹੋਵੇ, ਭਾਵੇਂ ਉਹ ਸੋਲੋ ਸਿੰਗਿੰਗ ਹੋਵੇ। ਕੁੱਲ ਮਿਲਾ ਕੇ ਗੱਲ ਕਰੀਏ ਤੁਸੀਂ ਸੰਗੀਤ ਨਾਲ ਵੀ ਬਿਲਕੁਲ ਜੁੜੇ ਸੀ ਜੀ। ਕਹਿ ਲਈਏ ਇੱਥੇ ਸਾਡੇ ਭੱਲਾ ਸਾਹਿਬ ਸੀ ਜਿਹੜੇ ਜਸਵਿੰਦਰ ਭੱਲਾ ਜੀ, ਉਹ ਸਾਡੇ ਨਾਲ ਹੀ, ਅਸੀਂ ਇਕੱਠੇ ਸਟੇਜ ਦੇ ਉੱਤੇ ਹੁੰਦੇ ਸੀ। ਬਾਲਮਕੰਤ ਸ਼ਰਮਾ ਵੀ ਉਦੋਂ ਹੀ ਹੁੰਦੇ ਸੀ ਉਦੋਂ ਸਟੇਜ ਦੇ ਉੱਤੇ। ਜੀ ਜੀ ਜੀ। ਸਭ ਤੋਂ ਪਹਿਲਾਂ ਨਾ ਅਸੀਂ 1984 ਦੇ ਵਿੱਚ ਜੀ 1984 ਦੇ ਵਿੱਚ ਜਦੋਂ PAU 'ਚ ਮੈਂ ਐਡਮਿਸ਼ਨ ਲਈ 83 'ਚ, ਜੀ ਸਰ, ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਛਣਕਾਟਾ। ਉਹ ਹਰ ਸਾਲ ਯੂਨੀਵਰਸਿਟੀ ਦੇ ਵਿੱਚ ਉਹ ਪ੍ਰੋਗਰਾਮ ਉਹ ਛਣਕਾਟੇ ਦੇ ਨਾਮ ਨਾਲ ਹੀ ਹੁੰਦਾ ਸੀ। ਜੀ ਜੀ ਜੀ। ਜਿਸ ਤੋਂ ਪ੍ਰੇਰਿਤ ਹੋ ਕੇ ਫਿਰ ਭੱਲਾ ਸਾਹਿਬ ਨੇ ਆਪਣੀ ਕੈਸਟਾਂ ਦਾ ਨਾਮ ਰੱਖਣਾ ਸ਼ੁਰੂ ਕਰਤਾ ਸੀ ਛਣਕਾਟਾ। ਸੋ ਅਸੀਂ ਉਹ ਪਹਿਲਾਂ ਇੱਕ ਸਟੇਜ ਦੇ ਉੱਤੇ ਸ਼ੋਅ ਕਰਦੇ ਹੁੰਦੇ ਸੀ। ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਦੇ ਕੋਲ ਅੱਜ ਅਸੀਂ ਪਹੁੰਚੇ ਹਾਂ, ਡਾਕਟਰ ਰਣਜੀਤ ਸਿੰਘ ਜੀ ਚੌਹਾਨ, ਇਹ ਜਿਹੜੇ ਨੇ ਜਸਵਿੰਦਰ ਭੱਲਾ ਜੀ ਦੇ ਨਾਲ ਕਾਫੀ ਰਿਲੇਟਡ ਰਹੇ ਨੇ। ਇਕੱਠੇ ਇਹਨਾਂ ਨੇ ਜਿਹੜੀਆਂ ਸਟੇਜ ਜਿਹੜੀਆਂ ਕਾਲਜ ਦੀਆਂ ਜਿਹੜੀਆਂ ਅਟੈਂਡ ਕੀਤੀਆਂ ਨੇ, ਯੂਨੀਵਰਸਿਟੀ ਦੀਆਂ ਸਟੇਜ ਜਿਹੜੀਆਂ ਇਹਨਾਂ ਨੇ ਇਕੱਠੀਆਂ ਜਿਹੜੀਆਂ ਮਾਣੀਆਂ ਨੇ। ਤੇ ਉਹਦੇ ਵਿੱਚ ਜਿਹੜਾ ਛਣਕਾਟਾ ਪ੍ਰੋਗਰਾਮ ਹੈ ਉਹਦੇ ਬਾਰੇ ਤੁਸੀਂ ਜਾਣ ਸਕਦੇ ਹੋ ਕਿ ਅੱਜ ਚੌਹਾਨ ਸਾਹਿਬ ਨੇ ਦੱਸਿਆ, ਡਾਕਟਰ ਸਾਹਿਬ ਨੇ, ਕਿ ਛਣਕਾਟਾ ਪ੍ਰੋਗਰਾਮ ਜਿਹੜਾ ਉਹਨਾਂ ਨੇ ਯੂਨੀਵਰਸਿਟੀ ਤੋਂ ਸ਼ੁਰੂ ਕੀਤਾ ਸੀ, ਜਿਹਨੂੰ ਤੁਸੀਂ ਭੱਲੇ ਦਾ ਛਣਕਾਟਾ ਜਾਣਦੇ ਹੋ, ਤੇ ਜਸਵਿੰਦਰ ਭੱਲਾ ਜੀ ਦੇ ਨਾਲ ਕਾਫੀ ਸਟੇਜਾਂ ਸ਼ੇਅਰ ਕੀਤੀਆਂ। ਸਰ ਕਿੱਦਾਂ ਦਾ ਮਹਿਸੂਸ ਹੁੰਦਾ ਉਹ ਟਾਈਮ ਨੂੰ ਲੈ ਕੇ ਤੇ ਅੱਜ ਭੱਲਾ ਸਾਹਿਬ ਨੂੰ ਤੁਸੀਂ ਦੇਖਦੇ ਹੋ? ਵਧੀਆ ਮਹਿਸੂਸ ਹੋ ਰਿਹਾ ਜੀ। ਵੈਸੇ ਤਾਂ ਚਲੋ ਦੇਖੋ, ਕੁਝ ਸਮਾਂ ਹੀ ਕਿਸੇ ਨਾਲ ਬਿਤਾਉਣ ਨੂੰ ਮਿਲਦਾ ਹੈ, ਸਦਾ ਤਾਂ ਨਹੀਂ ਆਪਾਂ ਕਿਸੇ ਦੇ ਨਾਲ ਰਹਿੰਦੇ। ਜੀ ਜੀ। ਕੁਝ ਸਮਾਂ ਜਿਹੜਾ ਬਿਤਾਇਆ ਸੀ ਉਹਨਾਂ ਦੇ ਨਾਲ, ਹੁਣ ਵੀ ਉਹ ਵੈਸੇ ਤਾਂ PAU 'ਚ ਜਦੋਂ ਮਰਜ਼ੀ ਸਾਨੂੰ ਮਿਲਦੇ ਰਹਿੰਦੇ ਨੇ, ਇੱਦਾਂ ਦੀ ਗੱਲ ਨਹੀਂ। ਉਹ ਰਿਟਾਇਰ ਹੋ ਚੁੱਕੇ ਨੇ, ਹੁਣੇ ਹੋਏ ਨੇ, ਬਟ ਫਿਰ ਵੀ ਉਹ PAU ਨਹੀਂ ਛੱਡਦੇ। ਜੀ ਜੀ। ਮਿਲਦੇ ਰਹਿੰਦੇ ਆ, ਕੋਈ ਇੱਦਾਂ ਦੀ ਗੱਲ ਨਹੀਂ ਹੈ। ਬਾਲਮਕੰਤ ਸ਼ਰਮਾ ਜੀ ਵੀ ਮਿਲਦੇ ਰਹਿੰਦੇ ਆ, ਕਿਉਂਕਿ ਮਾਰਕਫੈਟ ਦੇ ਵਿੱਚ ਉਹ ਕਾਫੀ ਉੱਚੇ ਅਹੁਦੇ ਤੇ ਨੇ। ਜੀ ਜੀ। ਤੇ ਸੁਖਵਿੰਦਰ ਸੁੱਖੀ, ਉਹ ਮੇਰਾ ਜੂਨੀਅਰ ਸੀ ਮੈਥੋਂ। ਅਸੀਂ ਇਕੱਠੇ ਸਟੇਜ ਤੇ ਕਾਫੀ ਗਾਇਕ PAU ਨੇ ਜਿਹੜੇ ਦਿੱਤੇ ਆ ਨਾ ਜੀ, ਉਹ ਸਾਰੇ ਅਸੀਂ ਇਕੱਠੇ ਹੀ ਹੁੰਦੇ ਸੀ ਸਟੇਜ ਦੇ ਉੱਤੇ। ਤਕਰੀਬਨ ਸਾਰਾ ਅਸੀਂ ਕੰਮ ਇਕੱਠਾ ਕਰਦੇ ਸੀ। ਤੇ ਉਸ ਤੋਂ ਬਾਅਦ ਫਿਰ ਦੇਖੋ, ਜਦੋਂ ਆ ਸ਼ੌਕ ਹੋਵੇ ਨਾ ਬੰਦੇ ਨੂੰ ਥੋੜਾ ਜਿਹਾ ਕਿਊਰੀਕੂਲਰ ਐਕਟੀਵਿਟੀਜ਼ ਦੇ ਵੱਲ, ਜੀ ਜੀ ਜੀ, ਫਿਰ ਬੰਦਾ ਥੋੜਾ ਜਿਹਾ ਜੁੜ ਜਾਂਦਾ ਆ ਆਪਣੀ ਕਿਸੇ ਨਾ ਕਿਸੇ ਪਾਸੇ। ਜਿਸ ਤਰ੍ਹਾਂ ਮੈਂ ਡਿਪਾਰਟਮੈਂਟ 'ਚ ਆਇਆ, ਤੇ ਇਸ ਤੋਂ ਬਾਅਦ ਫਿਰ ਮੈਂ 1999 ਤੋਂ ਜੀ ਦੂਰਦਰਸ਼ਨ ਕੇਂਦਰ ਜਲੰਧਰ ਤੋਂ, ਮੇਰਾ ਪਿੰਡ ਮੇਰੇ ਖੇਤ, ਮੈਂ ਜੀ 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 ਉੱਥੇ ਹੋਸਟ ਕਰਦਾ। ਜੀ ਜੀ। ਔਰ ਦੋਸਤੋ ਅੱਜ ਬਹੁਤ ਜਿਹੜੀਆਂ ਜ਼ਿੰਦਗੀ ਦੇ ਨਾਲ ਰਿਲੇਟਡ ਗੱਲਾਂ ਦੇ ਖੁਲਾਸੇ ਹੋ ਰਹੇ ਆ। ਤੇ ਸਰ ਜ਼ਿੰਦਗੀ 'ਚ ਕਦੀ ਉਤਾਰ ਚੜ੍ਹਾਅ ਵੀ ਆਉਂਦੇ ਨੇ ਇਨਸਾਨ ਦੇ, ਹੈ ਨਾ, ਜਿੱਥੇ ਬੰਦੇ ਨੂੰ ਪਤਾ ਲੱਗਦਾ ਕਿ ਮੇਰਾ ਯਾਰ ਫਲਾਣਾ ਸੱਜਣ ਹੈ ਤੇ ਉਹ ਮੇਰੇ ਅੱਜ ਕੰਮ ਆਇਆ ਕਿ ਨਹੀਂ ਆਇਆ। ਤਾਂ ਤੁਹਾਡੇ ਦੋਸਤਾਂ ਦੀ ਗੱਲ ਕਰੀਏ ਤੇ ਆਪ ਮੁਹਾਰੇ ਜਿਹੜੇ ਬੁੱਲਾਂ ਦੇ ਨਾਮ ਆਉਂਦੇ ਉਹਨਾਂ ਦੇ ਵਿੱਚ ਕੌਣ ਹੈ? ਦੇਖੋ, ਕੋਈ ਇੱਦਾਂ ਦੀ ਗੱਲ ਨਹੀਂ ਹੈ ਵੀ ਕਿਸੇ ਦੋਸਤ ਨੇ ਸਾਥ ਦਿੱਤਾ। ਅੱਜ ਵੀ ਅਸੀਂ ਤਕਰੀਬਨ ਜਿਹੜੇ ਅਸੀਂ ਸਕੂਲ ਟਾਈਮ ਤੋਂ ਹੀ ਅਸੀਂ ਇਕੱਠੇ ਸੀ ਨਾ ਦੋਸਤ, ਹੁਣ ਵੀ ਅਜੇ ਇਕੱਠੇ ਹਾਂ। ਇੱਦਾਂ ਦੀ ਗੱਲ ਨਹੀਂ ਹੈ ਕੋਈ, ਕਿਉਂਕਿ ਸਾਰੇ ਤਕਰੀਬਨ ਅੱਛੇ ਅਹੁਦਿਆਂ 'ਤੇ ਨੇ ਇਸ ਵੇਲੇ। ਇੱਕ ਮੇਰਾ ਦੋਸਤ ਹੈ ਪਰਸਨਮ, ਉਹ ਟੈਲੀ ਕਮਿਊਨੀਕੇਸ਼ਨ ਦੇ ਵਿੱਚ ਐਕਸੀਮ ਹੈ ਜੀ ਸਰ, ਲੁਧਿਆਣੇ। ਤੇ ਉਹਨਾਂ ਨੇ ਕੀ ਕੀਤਾ, ਇੱਕ ਹੀ ਯਾਦ ਹੈ ਕਿ ਛੋਟੀ ਜੁੜੀ, ਉਹਨਾਂ ਨੇ ਕੀ ਕੀਤਾ ਵੀ ਉਹ ਟੈਲੀਫੋਨ ਮਹਿਕਮੇ ਨਾਲ ਜੁੜੇ ਹੋਣ ਕਰਕੇ ਨਾ, ਉਹਨਾਂ ਨੇ ਤਕਰੀਬਨ ਸਾਡੇ ਸਾਰੇ ਪੁਰਾਣੇ ਜਿਹੜੇ ਸੀ ਜਮਾਤੀ 5ਵੀਂ ਕਲਾਸ ਦੇ ਵਿੱਚ ਪੜ੍ਹਦੇ ਸੀ, ਅਸੀਂ ਉਹ ਸਾਰੇ ਇਕੱਠੇ ਕਰਦੇ ਅਸੀਂ ਜੀ। ਅਸੀਂ ਆ PAU ਦੇ ਵਿੱਚ ਨਾ ਹੁਣ ਹਰ ਸਾਲ ਮੀਟਿੰਗ ਕਰਦੇ ਹਾਂ, ਜਿੰਨੇ ਵੀ ਅਸੀਂ ਪੁਰਾਣੇ ਸੀ ਦੋਸਤ ਜੀ। ਤੇ ਉਸ ਤੋਂ ਬਾਅਦ ਫਿਰ PAU ਦੇ ਦੋਸਤ ਉਹ ਤਾਂ ਸਾਡੇ ਨਾਲ ਮਹਿਕਮਿਆਂ ਦੇ ਵਿੱਚ ਹੀ ਆ ਗਏ ਨੇ ਸਾਰੇ ਜੀ। ਤੇ ਬਾਕੀ ਜਿਹੜੇ ਬਿਲਕੁਲ ਕਲੋਜ਼ਰ ਸੀ, ਅਸੀਂ 4 ਫਰੈਂਡ ਸੀ, ਇੱਕ ਕਮਰੇ 'ਚ ਹੀ ਰਹਿੰਦੇ ਸੀ ਤੇ ਸਾਰੇ ਅਸੀਂ ਸਾਨੂੰ ਵੀ ਇੱਕ ਵਾਰੀ ਪੁਰਾਣਾ ਸਮਾਂ ਯਾਦ ਆ ਜਾਂਦਾ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਜੀ। ਔਰ ਦੋਸਤੋ ਜ਼ਿੰਦਗੀ 'ਚ ਜਦੋਂ ਕੋਈ ਬਚਪਨ ਦੇ ਯਾਰ ਮਿਲਦੇ ਆ ਤੇ ਖੁਸ਼ੀਆਂ ਜਿਹੜੀਆਂ ਆਪ ਮੁਹਾਰੇ ਅੰਦਰੋਂ ਤੁਸੀਂ ਦੇਖ ਸਕਦੇ ਹੋ, ਇਹਨਾਂ ਦੇ ਫੇਸ ਤੋਂ ਤੁਸੀਂ ਰੀਡ ਕਰ ਸਕਦੇ ਹੋ ਕਿ ਜਦੋਂ ਬਚਪਨ ਦੀਆਂ ਗੱਲਾਂ ਜਾਂ ਬਚਪਨ ਦੀਆਂ ਯਾਦਾਂ ਕੋਈ ਤਾਜ਼ੀਆਂ ਕਰਵਾਉਂਦਾ ਤੇ ਕਿਹੋ ਜਿਹਾ ਫੀਲ ਹੁੰਦਾ। ਤੇ ਸਰ ਗੱਲ ਕਰਦੇ ਖੇਤੀਬਾੜੀ ਵਿਭਾਗ ਨਾਲ ਰਿਲੇਟਡ, ਹੈ ਨਾ, ਤੇ ਤੁਸੀਂ ਖੇਤੀਬਾੜੀ ਮਹਿਕਮੇ ਦੇ ਵਿੱਚ ਹੋ ਤੇ ਤੁਸੀਂ ਐਜ਼ ਏ ਬਕਾਇਦਾ ਅੱਜ ਇੱਥੇ ਆਫੀਸਰ ਤੁਸੀਂ ਡਿਊਟੀ ਨਿਭਾ ਰਹੇ ਆ, ਤੇ ਕਿਵੇਂ ਮੁਸ਼ਕਲਾਂ ਆਉਂਦੀਆਂ ਨੇ ਕਿਸਾਨਾਂ ਨੂੰ ਜਾਂ ਕਿਵੇਂ ਤੁਸੀਂ ਉਹਨਾਂ ਨੂੰ ਗਾਈਡ ਕਰਦੇ ਹੋ? ਦੇਖੋ, ਮੁਸ਼ਕਲਾਂ ਵੀ ਆਉਂਦੀਆਂ ਨੇ ਤੇ ਤੁਹਾਨੂੰ ਕੋਈ ਵਾਰੀ ਵਧੀਆ ਪਲ ਵੀ ਮਿਲਦੇ ਆ ਲੋਕਾਂ ਦੇ ਨਾਲ ਬਿਤਾਉਣ ਦੇ। ਮੁਸ਼ਕਲਾਂ ਦੇ ਵਿੱਚ ਅਸੀਂ ਕੋਈ ਖਾਸ ਮੁਸ਼ਕਲ ਮੈਨੂੰ ਨਹੀਂ ਆਈ, ਕਿਉਂਕਿ ਮੈਂ ਨਾ ਮੇਰਾ ਹੈਂਡਲ ਕਰਨ ਦਾ ਫਾਰਮਰ ਨੂੰ ਤਰੀਕਾ ਬਹੁਤ ਵਧੀਆ ਜੀ, ਸਾਰਿਆਂ ਦੇ ਨਾਲ ਭਰਾਵਾਂ ਵਾਂਗ। ਕਿਉਂਕਿ ਅਸੀਂ ਇੱਥੇ ਐਜ਼ ਅਫੀਸਰ ਨਹੀਂ ਮੈਂ ਉਹਨਾਂ ਦੇ ਨਾਲ ਡੀਲ ਕਰਦਾ, ਮੈਂ ਤਾਂ ਉਹਨਾਂ ਦੇ ਵਿੱਚ ਰਹਿ ਕੇ ਉਹਨਾਂ ਵਰਗੇ ਬਣ ਕੇ ਗੱਲ ਕਰਦਾ ਜੀ ਜੀ ਜੀ। ਤਾਂ ਕੋਸ਼ਿਸ਼ ਸਾਰੀ ਅਫੀਸਰਸ ਨੂੰ ਇੱਦਾਂ ਹੀ ਕਰਨੀ ਚਾਹੀਦੀ ਹੈ ਜਿਹੜੀ ਉਹ ਲਾਈਨ ਦੇ ਨੇ,
ਉਹ ਜਿਹੜੀ ਉਹਨਾਂ ਦੇ ਨਾਲ ਪਬਲਿਕ ਡੀਲਿੰਗ ਆ, ਉਹਦੀ ਜਿਹੜੀ ਪਬਲਿਕ ਡੀਲਿੰਗ ਆ ਉਹਨਾਂ ਦੀ, ਉਹ ਉਹਨਾਂ ਦੇ ਵਾਂਗ ਹੀ ਉਹਨਾਂ ਦੀ ਸ਼ਬਦਾਂ ਦੇ ਵਿੱਚ ਹੀ ਸਾਨੂੰ ਹੋਣੀ ਚਾਹੀਦੀ ਹੈ, ਤਾਂ ਕਿ ਕਿਸੇ ਕਿਸਮ ਦੀ ਸਮੱਸਿਆ ਸਾਨੂੰ ਲੰਬੇ ਸਮੇਂ 'ਚ ਨਾ ਆਵੇ। ਪਰ ਮੈਨੂੰ ਇਹੋ ਜਿਹੀ ਕੋਈ ਸਮੱਸਿਆ ਨਹੀਂ ਆਈ। ਜਿੱਥੇ ਵੀ ਮੈਂ, ਜਿਵੇਂ ਪਹਿਲਾਂ 19 ਸਾਲ ਰਹਿ ਕੇ ਆਇਆ, ਹੁਣ ਵੀ ਮੈਨੂੰ ਵਿਆਹ ਸ਼ਾਦੀਆਂ ਤੇ ਉਹ ਲੋਕ ਅਜੇ ਵੀ ਬੁਲਾਉਂਦੇ ਆ, ਉਹ ਕਿਸਾਨ ਪਿੰਡਾਂ ਦੇ। ਤੇ ਜਿਹੜੀ ਆਹ ਬਲਾਕ 'ਚ ਹੁਣ ਮੈਂ ਬਲਾਕ ਰੁੜਕਾ ਕਲਾਂ ਦੀ ਗੱਲ ਕਰਨਾ, ਇੱਥੇ ਮੈਨੂੰ 11 ਸਾਲ ਹੋ ਗਏ ਆ। ਤਕਰੀਬਨ ਹਰ ਇੱਕ ਫਾਰਮਰ ਦੇ ਨਾਲ ਫੈਮਿਲੀ ਰਿਲੇਸ਼ਨ ਬਣ ਚੁੱਕੇ ਆ। ਕੋਈ ਸਮੱਸਿਆ ਇਹੋ ਜਿਹੀ ਨਹੀਂ ਆਉਂਦੀ ਕਿ ਸਾਨੂੰ ਕਦੇ ਵੀ ਉਹਨੂੰ ਫੇਸ ਕਰਨਾ ਪਵੇ। ਸਰ ਅਕਸਰ ਇੱਕ ਚੀਜ਼ ਨੂੰ ਗਵਰਨਮੈਂਟ ਵੀ ਜਿਹੜੇ ਰੋਕਦੀ ਹੈਗੀ ਆ, ਪਰ ਬਹੁਤ ਸਾਰੇ ਕਿਸਾਨ ਜਿਹੜੇ ਰੁਕਦੇ ਨਹੀਂ ਹੈ। ਜਿਵੇਂ ਝੋਨਾ ਲਾਉਣ ਦੀ ਆਪਾਂ ਗੱਲ ਕਰਦੇ ਆ, ਉਸ ਤੋਂ ਪਹਿਲਾਂ ਜਦੋਂ ਜਿਹੜੀ ਖੇਤਾਂ ਦੇ ਵਿੱਚ ਪ੍ਰਣਾਲੀ ਹੁੰਦੀ ਆ ਤੇ ਉਹਨੂੰ ਅੱਗ ਲਾਈ ਜਾਂਦੀ ਆ, ਹਨਾ, ਤੇ ਉਹ ਜਿਹੜਾ ਖਾਸ ਮੁੱਦਾ ਬਣਿਆ ਆ ਤੇ ਲੋਕ ਰੁਕਦੇ ਵੀ ਨਹੀਂ ਹੈ, ਹਨਾ। ਤੇ ਇਹਦੇ ਅਕੋਰਡਿੰਗ ਤੁਸੀਂ ਮਤਲਬ ਕੀ ਸੁਝਾਅ ਦੇਣਾ ਚਾਹੁੰਦੇ ਕਿਸਾਨਾਂ ਨੂੰ ਜੀ? ਦੇਖੋ, ਇੱਥੇ ਮੈਂ ਜ਼ਰੂਰ ਕਿਸਾਨ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਕਿਸਾਨ ਵੀਰ ਨਾ ਪਤਾ ਨਹੀਂ ਉਹਦੇ ਮਨ ਦੇ ਵਿੱਚ ਕੀ ਹੈ ਕਿ ਸ਼ਾਇਦ ਸਾਨੂੰ ਹੀ ਦੋਸ਼ੀ ਠਹਿਰਾ ਰਹੇ ਆ ਪੋਲਿਊਸ਼ਨ ਨੂੰ। ਜਿਹੜਾ ਪੋਲਿਊਸ਼ਨ ਹੋ ਰਿਹਾ, ਵੀ ਉਹ ਸੋਚਦੇ ਆ ਵੀ ਸ਼ਹਿਰਾਂ ਵਾਲੇ ਇੰਨਾ ਕਰਦੇ ਆ, ਕਾਰਾਂ, ਗੱਡੀਆਂ, ਮੋਟਰਾਂ ਇੰਨੀਆਂ ਨੇ, ਰੋਜ਼ ਪਾਣੀ ਨਾਲ ਗੱਡੀਆਂ ਧੋਂਦੇ ਆ। ਉਹ ਸੋਚਦੇ ਆ ਸ਼ਾਇਦ ਵੀ ਜਿਹੜਾ ਪ੍ਰਦੂਸ਼ਣ ਆ ਜੱਟ ਦੇ ਉੱਤੇ ਥੋਪਿਆ ਜਾਂਦਾ ਜੀ ਸਰ, ਵੀ ਤੂੰ ਹੀ ਕਰਦਾ ਜੀ। ਪਰ ਮੈਂ ਇੱਥੇ ਉਹਨਾਂ ਨੂੰ ਇਹ ਕਹਿਣਾ ਚਾਹੂੰਗਾ, ਜੇ ਮੰਨਣ ਤਾਂ ਮੰਨਦੇ ਘੱਟ ਨੇ ਖੈਰ, ਕਿਉਂਕਿ ਅਸੀਂ ਤਾਂ ਬੜਾ ਕੋਸ਼ਿਸ਼ ਕਰਦੇ ਹਾਂ ਪਿੰਡਾਂ ਦੇ ਵਿੱਚ ਕੈਂਪ ਲਾ ਕੇ ਵੀ ਉਹਨਾਂ ਨੂੰ, ਕਿਸੇ ਵੀ ਮੀਡੀਆ ਦੇ ਰਾਹੀਂ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਸਮਝਾਇਆ ਜਾਵੇ। 80% ਆਬਾਦੀ ਹੈ ਜਿਹੜੀ ਐਗਰੀਕਲਚਰ 'ਤੇ ਨਿਰਭਰ ਕਰਦੀ ਹੈ। ਸ਼ਹਿਰਾਂ ਦੇ ਲੋਕ ਕਿੰਨੇ ਕੁ ਨੇ ਜੇ ਆਪਾਂ ਦੇਖੀਏ, ਪਰ 80% ਜਿਹੜਾ ਰਕਬਾ ਆ ਖੇਤੀ ਥੱਲੇ ਆ, ਤੇ ਉਹ ਜਿਹੜਾ ਰਕਬਾ ਆ ਉਹਦੇ ਵਿੱਚ ਪਰਾਲੀ ਨੂੰ ਜਾਂ ਕਣਕ ਦੀ ਨਾੜ ਨੂੰ ਅੱਗ ਲਾਉਂਦੇ ਆ, ਜਾਂ ਫਿਰ ਅਸੀਂ ਕਹਿ ਲਈਏ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ। ਵਾਤਾਵਰਨ ਦੇ ਵਿੱਚ ਹਵਾ, ਪਾਣੀ ਤੇ ਮਿੱਟੀ ਤਿੰਨੋਂ ਆਉਂਦੇ ਨੇ ਜੀ ਸਰ। ਇਹ ਤਿੰਨੋਂ ਹੀ ਪ੍ਰਦੂਸ਼ਿਤ ਹੁੰਦੇ ਨੇ। ਇੱਥੇ ਮੈਂ ਨਹੀਂ ਕਹਿੰਦਾ ਇਕੱਲੇ ਫਾਰਮਰ ਹੀ ਜ਼ਿੰਮੇਵਾਰ ਨੇ ਇਸ ਗੱਲ ਦੇ ਪੋਲਿਊਸ਼ਨ ਦੇ, ਪਰ ਇੱਥੇ ਸ਼ਹਿਰੀ ਵੀ ਹਨ। ਪਰ ਅਸੀਂ ਹਰ ਤਰੀਕੇ ਨਾਲ ਉਹਨਾਂ ਨੂੰ ਵੀ ਸਮਝਾਉਂਦੇ ਹਾਂ, ਕਿਸੇ ਨਾ ਕਿਸੇ ਦਾ ਹਰ ਵਕਤ ਰੇਡੀਓ 'ਤੇ ਐਡ, TV 'ਤੇ ਐਡ। ਸ਼ਹਿਰ ਵਾਸੀਆਂ ਦੇ ਲਈ ਵੀ ਉਹ ਇੱਕੋ ਹੀ ਸੁਨੇਹਾ, ਇਹਨਾਂ ਦੇ ਲਈ ਵੀ ਉਹੀ ਸੁਨੇਹਾ। ਪਰ ਕਿਸਾਨ ਵੀਰੋ, ਸਾਨੂੰ ਇਹ, ਜੇ ਅਸੀਂ ਛੇਤੀ ਇਹ ਕਦਮ ਨਾ ਚੁੱਕੇ ਨਾ, ਤਾਂ ਮੈਨੂੰ ਨਹੀਂ ਲੱਗਦਾ ਅਸੀਂ ਆਉਣ ਵਾਲੇ 5-4 ਸਾਲਾਂ ਤੱਕ ਪਾਣੀ ਨੂੰ ਵਰਤ ਸਕਾਂਗੇ। ਜਿਹੜਾ ਜ਼ਮੀਨ ਹੇਠਲਾ ਪਾਣੀ ਆ, ਸਾਡੀ ਅਪਰੋਚ ਤੋਂ ਬਹੁਤ ਨੀਵਾਂ ਹੁੰਦਾ ਜਾ ਰਿਹਾ। ਆਪਾਂ ਪ੍ਰਦੂਸ਼ਣ ਨੂੰ ਘਟਾਈਏ। ਆਪਾਂ ਪਿਛਲੇ ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਹਾੜਾ ਮਨਾ ਚੁੱਕੇ ਹਾਂ। ਪੰਜਾਬ ਸਰਕਾਰ ਨੇ ਹਰ ਪਿੰਡ ਦੇ ਵਿੱਚ 550 ਬੂਟੇ ਲਾਏ ਆ ਜੀ ਸਰ। ਮੈਨੂੰ ਨਹੀਂ ਲੱਗਦਾ ਵੀ ਉਹ 50 ਵੀ ਇਸ ਵੇਲੇ ਚੱਲਦੇ ਹੋਣਗੇ ਪਿੰਡਾਂ ਦੇ ਵਿੱਚ। ਜੀ ਮੈਨੂੰ ਲੱਗ ਰਿਹਾ ਚੱਲਦੇ ਹੋਣ ਤਾਂ ਮੈਂ ਉਹਨਾਂ ਨੂੰ ਵਧਾਈ ਦਊਂ, ਉਸ ਪਿੰਡ ਨੂੰ ਜਿਹੜੇ ਪਿੰਡ ਦੇ ਵਿੱਚ ਵੱਧ ਤੋਂ ਵੱਧ ਬੂਟੇ ਚੱਲਦੇ ਹੋਣਗੇ। ਪਰ ਮੈਨੂੰ ਨਹੀਂ ਲੱਗਦਾ ਵੀ ਕਿਸੇ ਪਿੰਡ ਦੇ ਵਿੱਚ 50 ਤੋਂ ਵੱਧ ਚੱਲਦੇ ਹੋਣ, ਕਿਉਂਕਿ ਉਸ ਤੋਂ ਬਾਅਦ ਦੋ ਸੀਜ਼ਨ ਲੰਘ ਚੁੱਕੇ ਆ ਜਿਨ੍ਹਾਂ ਦੇ ਵਿੱਚ ਲੋਕਾਂ ਨੇ ਅੱਗ ਵੀ ਲਾਈ ਹੈ ਖੇਤਾਂ ਦੇ ਵਿੱਚ। ਉਹ ਨਿੱਕੇ ਨਿੱਕੇ ਬੂਟੇ ਅੱਗ ਨਾਲ ਸਾਰੇ ਮੱਚ ਜਾਂਦੇ। ਨਿੱਕਿਆਂ ਨੂੰ ਛੱਡੋ, ਤੁਸੀਂ ਵੱਡੇ ਮੱਚ ਜਾਂਦੇ ਨੇ। ਤੇ ਦੇਖੋ, ਕਹਿਣ ਦਾ ਭਾਵ ਕਿਸਾਨ ਵੀਰੋ, ਸਾਨੂੰ ਥੋੜ੍ਹਾ ਜਿਹਾ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਅਸੀਂ ਇਸ ਜ਼ਮਾਨੇ ਦੇ ਵਿੱਚ ਕਿੱਥੇ ਖੜ੍ਹੇ ਹਾਂ। ਸਾਨੂੰ ਚਾਹੀਦਾ ਅਸੀਂ ਲੋਕ ਹਿੱਤ ਦੇ ਵਿੱਚ ਕੰਮ ਕਰੀਏ, ਥੋੜ੍ਹਾ ਜਿਹਾ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਕੰਮ ਕਰੀਏ। ਅਸੀਂ ਪਰਾਲੀ ਨੂੰ ਅੱਗ ਨਾ ਲਾਈਏ, ਕਣਕ ਦੀ ਨਾੜ ਨੂੰ ਅੱਗ ਨਾ ਲਾਈਏ, ਪਾਣੀ ਨੂੰ ਬਚਾਉਣ ਦੇ ਯਤਨ ਕਰੀਏ। ਮੈਂ ਤੁਹਾਨੂੰ ਇੱਥੇ ਵੀ ਦੱਸਣਾ ਚਾਹੂੰਗਾ, ਮੈਂ ਰੁੜਕਾ ਕਲਾਂ ਦਫ਼ਤਰ ਜਿਹੜਾ ਬਣਾਇਆ ਜੀ ਸਰ, ਅਸੀਂ ਬੂੰਦ ਪਾਣੀ ਨੂੰ ਬਚਾਉਂਦੇ ਹਾਂ ਜੀ। ਬੂੰਦ ਪਾਣੀ ਬਚਾਉਂਦੇ। ਮੈਂ ਘਰ ਦੇ ਵਿੱਚ ਵੀ ਜਿਹੜਾ RO ਲਾਇਆ ਨਾ, ਮੈਂ ਕੈਂਪ ਦੇ ਵਿੱਚ ਸਾਡੀ ਜਨਤਾ ਨੂੰ ਵੀ ਕਹਿੰਦਾ ਹੁੰਦਾ ਵੀ ਜਿਹੜਾ RO ਲਾਇਆ, ਤੁਸੀਂ 10 ਲੀਟਰ ਪਾਣੀ ਜਿਹੜਾ ਫਿਲਟਰ ਕਰਨ ਦੇ ਲਈ 20 ਲੀਟਰ ਪਾਣੀ ਵੇਸਟ ਕਰਦੇ ਹੋ ਜੀ। ਬਿਲਕੁਲ। ਜਿਹੜਾ ਬਾਹਰ ਪਾਈਪ ਜਾਂਦੀਆਂ 20 ਲੀਟਰ ਪਾਣੀ ਵੇਸਟ ਹੋ ਰਿਹਾ। ਮੈਂ ਉਹਨਾਂ ਨੂੰ ਇਹੀ ਕਹਿਣਾ, ਉਹ 20 ਲੀਟਰ ਨੂੰ ਬਚਾਓ ਜੀ ਸਰ, ਪੌਦਿਆਂ ਨੂੰ ਦਿਓ ਜੀ ਸਰ। ਵੈਸੇ ਸਾਡੇ ਪੰਜਾਬ ਦਾ ਪਾਣੀ ਇੰਨਾ ਮਾੜਾ ਨਹੀਂ ਆ, ਅਸੀਂ RO ਦਾ ਪਾਣੀ ਵਰਤੀਏ, ਕੋਈ ਲੋੜ ਨਹੀਂ ਆ। ਬਲਕਿ ਜਿਹੜੇ ਬੱਚੇ ਹੁਣ ਤੋਂ ਹੀ RO ਦਾ ਪਾਣੀ ਪੀਣ ਲੱਗ ਗਏ, ਉਹਨਾਂ ਦਾ ਜਿਹੜਾ ਹੈਲਥ ਸਿਸਟਮ ਆ, ਇਮਿਊਨਿਟੀ ਸਿਸਟਮ ਆ, ਉਹ ਵਿਗੜ ਚੁੱਕਿਆ। ਉਹ ਬਿਲਕੁਲ ਉਹਨਾਂ ਨੂੰ ਮਾੜਾ ਮੋਟਾ ਵੀ ਬਾਹਰੋਂ ਖਾਣ ਤਾਂ ਉਹ ਪਚਦਾ ਨਹੀਂ ਆ। ਤੇ ਪਾਣੀ ਨੇ ਸਾਡੀ ਇਮਿਊਨਿਟੀ ਵਧਾਉਣੀ ਸੀ, ਜਿਹੜੀ ਅੱਜ ਅਸੀਂ ਗਵਾ ਲਈ ਆ। ਸੋ ਦੋਸਤੋ, ਜੇ ਬੂੰਦ ਪਾਣੀ ਦੀ ਬਚਾਵਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਸਾਡੇ ਕੰਮ ਆਉਣਾ ਜੀ। ਔਰ ਦੋਸਤੋ, ਇੱਥੇ ਵਕਤ ਹੋ ਰਿਹਾ ਜੀ ਇੱਕ ਛੋਟੀ ਜਿਹੀ ਬ੍ਰੇਕ ਦਾ, ਤੇ ਬਾਹਰ ਚੱਲਦੇ ਹਾਂ ਆਪਾਂ। ਤੁਹਾਨੂੰ ਸਾਰਾ ਜਿਹੜਾ ਆਫਿਸ ਦਾ ਮਾਹੌਲ ਤਾਂ ਤੁਹਾਨੂੰ ਦਿਖਾਤਾ, ਹੁਣ ਬਾਹਰ ਦਾ ਕੀ ਮਾਹੌਲ ਹੈ ਉਹ ਵੀ ਦਿਖਾਉਂਦੇ ਹਾਂ। ਮਿਲਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਜਿਹੜਾ ਤੁਹਾਡਾ ਦਫ਼ਤਰ ਆ ਅਸੀਂ ਸਾਰਾ ਦੇਖਿਆ ਨਾ, ਤੇ ਹੁਣ ਬਾਹਰ ਜਿਹੜਾ ਦੇਖਦੇ ਆ ਮਾਹੌਲ ਜਿਹੜਾ ਕਿਸੇ ਆਫਿਸ 'ਚ ਮੇਰੇ ਹਿਸਾਬ ਨਾਲ ਪੂਰੇ ਪੰਜਾਬ 'ਚ ਹੋਊਗਾ ਜੀ ਇਹੋ ਜਿਹਾ ਨਾ, ਤੇ ਕੀ ਟੈਕਨੀਕਸ ਹੈਗੀਆਂ ਜੀ, ਇਹ ਕਿਵੇਂ ਤੁਸੀਂ ਕਿਵੇਂ ਸੋਚ ਆ ਜੀ ਤੁਹਾਡੀ? ਬਿਲਕੁਲ ਜੀ, ਦੇਖੋ ਗੱਲ ਇਹ ਵੀ ਸ਼ੌਕ ਦੇ ਨਾਲ ਇਹ ਚੀਜ਼ਾਂ ਬਣਦੀਆਂ ਨੇ ਜੀ ਸਰ, ਹੈਨਾ। ਜੀ ਮੈਨੂੰ ਸ਼ੁਰੂ ਤੋਂ ਹੀ ਸ਼ੌਕ ਸੀਗਾ ਥੋੜਾ ਆਰਟ ਦੇ ਨਾਲ, ਜੀ ਪੇਂਟਿੰਗ ਵੀ ਕਰਦੇ ਰਹੇ ਆ ਜੀ ਸਰ। ਕਹਿੰਦਾ, ਤੇ ਇਸ ਲਈ ਮੈਨੂੰ ਨਾ ਬੜਾ ਸ਼ੌਕ ਸੀਗਾ। ਕੁਛ ਮੈਨੂੰ ਇਹ ਸੀ ਵੀ ਮੈਂ ਆਪਣੇ ਦਫ਼ਤਰ ਦੇ ਵਿੱਚ ਹਰ ਚੀਜ਼ ਇਹੋ ਜਿਹੀ ਰੱਖਾਂ ਕਿ ਕਿਸਾਨ ਵੀਰ ਆ ਕੇ ਨਾ ਆਪਣੇ ਉਹ ਚੀਜ਼ ਦੇਖ ਕੇ ਆਪਣੇ ਘਰ ਜਾਂ ਆਪਣੇ ਖੇਤਾਂ ਦੇ ਵਿੱਚ ਵੀ ਲਾਉਣ। ਜੀ ਜੀ ਜੀ। ਮਸਲਨ ਇੱਥੇ ਸਭ ਤੋਂ ਪਹਿਲਾਂ ਮੈਂ ਜਦੋਂ ਦਫ਼ਤਰ ਦੇ ਵਿੱਚ ਆਇਆ, ਪਹਿਲਾਂ ਤਾਂ ਦਫ਼ਤਰ ਦੇ ਵਿੱਚ ਰਹਿਣ ਸਹਿਣ, ਉਹ ਬੈਠਣਾ ਉੱਠਣਾ ਵੀ ਲੱਗੇ ਥੋੜਾ ਜਿਹਾ ਦਫ਼ਤਰ ਹੈਗਾ ਹੈ, ਜੀ ਸਰ। ਤੇ ਮੈਂ ਉਹ ਦਫ਼ਤਰ ਨੂੰ ਵਧੀਆ ਬਣਾਇਆ। ਜੀ ਸਰ। ਦਫ਼ਤਰ ਦੇ ਵਿੱਚ ਫਿਰ ਜਦੋਂ ਅਸੀਂ ਐਂਟਰ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਮੈਂ ਸੋਚਿਆ ਵੀ ਇੱਥੇ PAU ਦੀਆਂ ਸਾਰਾ ਸਾਹਿਤ ਲਾਇਬ੍ਰੇਰੀ ਇੱਥੇ ਹੋਣੀ ਚਾਹੀਦੀ ਹੈ, ਤਾਂ ਕਿ ਕਿਸਾਨ ਵੀਰ ਕੋਈ ਵੀ ਆਵੇ ਉਹਨੂੰ ਕਿਸੇ ਕਿਤਾਬ ਤੋਂ ਘਾਟ ਨਾ ਮਹਿਸੂਸ ਹੋਵੇ, ਜੀ ਸਰ। ਲਿਟਰੇਚਰ ਨਾ ਉਹਨੂੰ ਕਿਸੇ ਕਿਸਮ ਦੀ ਸਮੱਸਿਆ ਆਵੇ। ਮੈਂ ਉਹ ਲਿਟਰੇਚਰ ਸਾਰਾ ਇੱਕ ਲਾਇਬ੍ਰੇਰੀ ਦੇ ਤੌਰ ਤੇ ਇੱਥੇ ਰੱਖਿਆ ਹੋਇਆ। ਜੇ ਕੋਈ ਕਿਸਾਨ ਵੀਰ ਘਰ ਲਿਜਾਣ ਲਈ ਉਹ ਕਿਤਾਬ ਮੰਗਦਾ ਵੀ, ਉਹਨੂੰ ਅਸੀਂ ਮੁੱਲ ਵੀ ਇੱਥੋਂ ਦੇ ਦਿੰਦੇ ਹਾਂ, ਤੇ ਫਿਰ ਮੈਂ ਮੁੱਲ ਲਿਆ ਕੇ ਦੁਬਾਰਾ ਫਿਰ ਇੱਥੇ ਰੱਖ ਦਿੰਦਾ ਕਿਤਾਬ, ਜੀ ਸਰ। ਜੀ ਉਹੀ ਜਿਹੜੀ ਉਹ ਲੈ ਕੇ ਜਾਂਦਾ। ਜੀ ਜੀ। ਸੋ ਕਹਿਣ ਦਾ ਭਾਵ ਸਭ ਤੋਂ ਪਹਿਲਾਂ PAU ਦੇ ਸਾਹਿਤ ਦੀ ਲਾਇਬ੍ਰੇਰੀ ਲਾਈ ਹੈ। ਜੀ ਜੀ। ਫਿਰ ਉਸ ਤੋਂ ਬਾਅਦ ਮੈਂ ਕੀ ਸੋਚਿਆ ਵੀ ਹਰ ਫਸਲ ਜਿਹੜੀ ਸਾਡੇ ਇਲਾਕੇ 'ਚ ਹੁੰਦੀ ਹੈ ਉਹਦੇ ਮਿੱਤਰ ਕੀੜੇ ਤੇ ਦੁਸ਼ਮਣ ਕੀੜੇ ਕਿਸਾਨਾਂ ਨੂੰ ਅਸੀਂ ਲਾਈਵ ਸਪੈਸੀਮਨ ਦਿਖਾਈਏ। ਜੀ ਸਰ। ਉਹ ਮੈਂ ਲਾਈਵ ਸਪੈਸੀਮਨ ਅੰਦਰ ਲਾਏ ਆ। ਕਣਕ, ਝੋਨਾ, ਮੱਕੀ ਤੇ ਗੰਨਾ, ਇਹ ਸਾਡੀ ਇੱਥੇ ਦੁਆਬੇ ਦੀ ਮੁੱਖ ਫਸਲਾਂ ਨੇ। ਇਹਨਾਂ ਦੇ ਵਿੱਚ ਕਿਹੜੇ ਕੀੜੇ ਦੁਸ਼ਮਣ ਨੇ, ਕਿਹੜੇ ਕੀੜੇ ਮਿੱਤਰ ਨੇ, ਵੀ ਕਿਸਾਨ ਵੀਰ ਉਹਨਾਂ ਨੂੰ ਨਾ ਮਾਰਨ। ਕਈ ਵਾਰੀ ਅੰਨ੍ਹੇਵਾਹ ਆਪਾਂ ਸਪਰੇਅ ਕਰਕੇ ਸਾਰੇ ਮਾਰ ਦਿੰਦੇ ਹਾਂ ਨਾ। ਸੋ ਕੋਸ਼ਿਸ਼ ਕੀਤੀ ਹੈ ਵੀ ਕਿਸਾਨ ਵੀਰ ਨਾ ਉਹਨਾਂ ਮਿੱਤਰ ਕੀੜਿਆਂ ਨੂੰ ਪਛਾਣਨ, ਉਹਨਾਂ ਨੂੰ ਨਾ ਮਾਰਨ। ਜੀ ਜੀ ਜੀ। ਉਸ ਤੋਂ ਬਾਅਦ ਫਿਰ ਮੈਂ ਜਦੋਂ ਮੈਂ ਇੱਥੇ ਆਇਆ ਤਾਂ ਸੋਚਿਆ ਕਿ ਆ ਜਿਹੜਾ ਸਾਰਾ ਆਲਾ ਦੁਆਲਾ ਸੀ ਨਾ, ਜਿਵੇਂ ਜਿੱਥੇ ਆਪਾਂ ਖੜੇ ਹਾਂ ਪਾਰਕ ਦੇ ਵਿੱਚ, ਇਹ ਪਾਣੀ ਸਾਰਾ ਬੜਾ ਵੇਸਟ ਹੁੰਦਾ ਸੀ। ਜੀ 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 ਜੀ। ਬੜੇ ਦਿਨ ਖੜਾ ਰਹਿਣਾ, ਫਿਰ ਧੁੱਪ ਨਾਲ ਉੱਡ ਕੇ ਆਪਣੇ ਆਪ ਹੀ ਕਿਤੇ ਖਤਮ ਹੁੰਦਾ। ਵੈਸੇ ਤਾਂ ਇੱਥੇ ਜੰਗਲ ਸੀ ਜਦੋਂ ਮੈਂ ਆਇਆ ਜੀ। ਜੀ ਜੀ ਜੀ। ਤੇ ਅੱਜ ਉਸ ਤਾਂ ਤੋਂ ਬਾਅਦ ਹਾਂ, ਉਸ ਤੋਂ ਬਾਅਦ ਫਿਰ ਇੱਥੇ ਘਾਹ ਘੂ ਲਾਇਆ ਤੇ ਸਾਰਾ ਕੁਝ ਦਰਖਤ ਲਾਏ ਆ। ਤੇ ਸਭ ਤੋਂ ਪਹਿਲਾਂ ਫਿਰ ਮੈਂ ਇਹ ਵੀ ਕੋਸ਼ਿਸ਼ ਕੀਤੀ ਕਿ ਜਿਹੜਾ ਪਾਣੀ ਵੇਸਟ ਨਾ ਹੋਵੇ, ਤੇ ਮੈਂ ਛੱਤਾਂ ਦਾ ਪਾਣੀ ਤੇ ਇਹ ਘਾਹ ਦਾ ਪਾਣੀ ਸਾਰਾ ਜ਼ਮੀਨ ਦੇ ਵਿੱਚ ਪਾਉਣ ਵਾਲਾ ਪ੍ਰੋਜੈਕਟ ਲਾਇਆ, ਜਿਹਨੂੰ ਦੇਖ ਕੇ ਸਾਡੇ ਇਲਾਕੇ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਲੱਗ ਚੁੱਕੇ ਆ। ਜੀ ਜੀ। ਤੋ ਮੈਂ ਕੋਸ਼ਿਸ਼ ਕੀਤੀ ਸੀ ਵੀ ਇਹ ਹੋਣਾ ਚਾਹੀਦਾ ਸਾਡੇ ਦਾ ਪਾਣੀ, ਮੈਂ ਇੱਕ ਤੁਪਕਾ ਵੇਸਟ ਨਹੀਂ ਕਰਨਾ। ਕਦੋਂ ਸਰ ਤੁਸੀਂ ਇਹ ਪ੍ਰੋਜੈਕਟ ਲਵਾਇਆ? ਇਹ ਮੈਂ ਲਾਇਆ ਜੀ ਤਕਰੀਬਨ ਅੱਜ ਤੋਂ ਮੈਂ ਤਕਰੀਬਨ 7-8 ਸਾਲ ਪਹਿਲਾਂ ਜਦੋਂ ਮੈਂ ਆਇਆ ਨਾ, ਉਦੋਂ ਹੀ ਸ਼ੁਰੂ ਕਰਤਾ ਸੀ ਇਹਦਾ ਕੰਮ। ਮਤਲਬ 10 ਸਾਲ ਹੀ ਹੋ ਗਏ ਹੋਣੇ ਆ ਜੀ, ਉਮੀਦ ਹੈ ਮੈਨੂੰ ਇਹ 10 ਸਾਲ ਹੀ ਹੋ ਗਏ ਨਾ। ਪਰ ਇਹ ਚੀਜ਼ਾਂ ਨਾ ਮੈਂ ਕਿਸਾਨ ਵੀਰਾਂ ਨੂੰ ਦੱਸਦਾ ਜ਼ਰੂਰ ਹਾਂ, ਮੇਨਟੇਨੈਂਸ ਨਾਲ ਹੀ ਇਹ ਚੀਜ਼ਾਂ ਚੱਲਦੀਆਂ ਨੇ ਜੀ। ਜੇ ਮੰਨ ਲਓ ਮੈਂ ਇਹਨੂੰ ਸਾਫ਼ ਸਫਾਈ ਨਹੀਂ ਕਰਾਉਂਦਾ ਹਰ ਸਾਲ, ਉਹ ਜਿਹੜਾ ਆਪਾਂ ਪਿੱਟ ਪੱਟਿਆ ਹੋਇਆ ਹੈ ਨਾ, ਉਹਦੇ ਵਿੱਚ ਜੇ ਆਪਾਂ ਸਫਾਈ ਨਹੀਂ ਕਰਾਉਂਦੇ ਤਾਂ ਮੁੜ ਕੇ ਉਹ ਫਿਰ ਉਹ ਚੋਕ ਹੋ ਜਾਂਦਾ, ਨਹੀਂ ਪਾਣੀ ਵਿੱਚ ਜਾਂਦਾ। ਸਫਾਈ ਜ਼ਰੂਰੀ ਹੈ ਕਿਸਾਨ ਵੀਰੋ, ਜਿਹੜੀ ਵੀ ਚੀਜ਼ ਅਸੀਂ ਆਪਣੇ ਘਰ ਦੇ ਵਿੱਚ ਜਾਂ ਖੇਤ ਦੇ ਵਿੱਚ ਲਾਉਂਦੇ ਹਾਂ ਉਹਦੀ ਸਫਾਈ ਬਹੁਤ ਜ਼ਰੂਰੀ ਹੈ। ਇਸ ਲਈ ਧਿਆਨ ਰੱਖੋ, ਇਹ ਚੀਜ਼ਾਂ ਤਾਂ ਹੀ ਚੱਲਦੀਆਂ ਨੇ ਲੰਬਾ ਸਮਾਂ। ਉਸ ਤੋਂ ਬਾਅਦ ਫਿਰ ਛੱਤਾਂ ਦਾ ਪਾਣੀ ਬਚਾਉਣ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਵੰਨ ਸੁਵੰਨਤਾ ਕਿ ਆਲੇ ਦੁਆਲੇ ਹੋਣੀ ਚਾਹੀਦੀ ਆ। ਪਾਣੀ ਨੂੰ ਬਚਾਉਣ ਲਈ 2 ਹੋਰ ਪ੍ਰੋਜੈਕਟ ਲਾਏ। ਤੁਪਕਾ ਸਿੰਚਾਈ ਸਿਸਟਮ ਕਿਸਾਨ ਵੀਰਾਂ ਨੂੰ ਨਾ ਖੇਤਾਂ ਦੇ ਵਿੱਚ ਚਲਾਉਣ ਲਈ ਇੱਥੇ ਇੱਕ ਅਸੀਂ ਪ੍ਰਦਰਸ਼ਨੀ ਲਾਈ ਹੋਈ ਹੈ ਜੀ ਜੀ, ਵੀ ਉਹ ਤੁਪਕਾ ਪਾਣੀ ਦਾ ਡਿੱਗਦਾ ਤੇ ਉੱਥੇ ਉਹਦੇ ਤੇ ਅਸੀਂ ਫਸਲਾਂ ਲਾ ਸਕਦੇ ਹਾਂ। ਫਿਰ ਮੈਂ ਫੁਹਾਰਾ ਸਿੰਚਾਈ ਸਿਸਟਮ ਦੀ ਵੀ ਇੱਥੇ ਪ੍ਰਦਰਸ਼ਨੀ ਲਾਈ। ਉਸ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਇੱਥੇ ਬਾਗ ਬਗੀਚਾ ਵੀ ਇਹੋ ਜਿਹਾ ਹੋਣਾ ਚਾਹੀਦਾ, ਵੀ ਉਹ ਦਰਖਤ ਇੱਥੇ ਹੋਣਾ ਚਾਹੀਦਾ ਜਿਹੜਾ ਕਿਸੇ ਕਿਸਾਨ ਵੀਰ ਨੂੰ ਪਤਾ ਵੀ ਨਾ ਹੋਵੇ। ਕਿਆ ਬਾਤ। ਸੋ ਮੈਂ ਨਾ ਇਹ ਇੱਥੇ ਹਰ ਤਰ੍ਹਾਂ ਦੀ ਵੇਲ, ਹਰ ਤਰ੍ਹਾਂ ਦਾ ਦਰਖਤ ਤੇ ਹਰ ਤਰ੍ਹਾਂ ਦੀ ਝਾੜੀ ਇੱਥੇ ਤਕਰੀਬਨ ਲਾਏ, ਜਿਨ੍ਹਾਂ ਦੇ ਉੱਤੇ ਮੈਂ ਉਹਨਾਂ ਦੇ ਟੈਕਨੀਕਲ ਨਾਮ ਵੀ ਲਿਖ ਕੇ ਲਾਏ ਹੋਇਆ। ਤੇ ਉਹ ਟੈਕਨੀਕਲ ਨਾਮ ਦੇਖ ਕੇ ਕਈ ਵਾਰੀ ਕਿਸਾਨ ਵੀਰ ਸੋਚਦਾ ਮੈਂ ਯਾਰ ਆਹ ਬੂਟਾ ਖੇਤ ਆਪਣੇ ਘਰ ਲਾਉਣਾ, ਤੋ ਆਪਣਾ ਨਾਮ ਨੋਟ ਉਹਦੇ ਉੱਤੋਂ ਕਰਕੇ ਲੈ ਜਾਂਦਾ ਤੇ ਨਾਲੇ ਉਹ ਦੇਖ ਲੈਂਦਾ ਵੀ ਕਿੱਦਾਂ ਦਾ ਬੂਟਾ, ਤੇ ਉਹਨੂੰ ਫਿਰ ਆਪਣੇ ਘਰ ਦੇ ਵਿੱਚ ਬੜੇ ਸ਼ੌਕ ਨਾਲ ਪਾਲਦਾ ਹੈ। ਸੋ ਹਰ ਤਰ੍ਹਾਂ ਦਾ ਇੱਥੇ ਤਕਰੀਬਨ ਦਰਖਤ, ਹਰ ਤਰ੍ਹਾਂ ਦੀ ਵੇਲ ਤੇ ਹਰ ਤਰ੍ਹਾਂ ਦੀ ਝਾੜੀ ਮੈਂ ਦਫ਼ਤਰ ਦੇ ਵਿੱਚ ਲਗਾਈ ਸੀ। ਉਸ ਤੋਂ ਬਾਅਦ ਫਿਰ ਮੈਂ ਇੱਥੇ ਸ਼ਹਿਦ ਦੀਆਂ ਮੱਖੀਆਂ, ਕਿਉਂਕਿ ਸਾਡੇ ਇਲਾਕੇ ਦੇ ਕਿਸਾਨ ਵੀਰਾਂ ਨਾਲ ਜਿਹੜੇ ਉਹ ਸਾਰੇ ਖੇਤੀਬਾੜੀ 'ਤੇ ਨਿਰਭਰ ਕਰਦੇ ਆ, ਸੋਚਿਆ ਕੋਈ ਸਹਾਇਕ ਧੰਦਾ ਅਪਣਾਉਣ ਲਈ ਜੇ ਕਿਸਾਨ ਵੀਰ ਅੱਗੇ ਆਵੇ ਤਾਂ ਆਪਾਂ ਉਹਨਾਂ ਨੂੰ ਇਹ ਸਹਾਇਕ ਧੰਦਾ ਸਾਡੇ ਮਹਿਕਮੇ ਨਾਲ ਰਿਲੇਟਡ ਹੈ। ਅਸੀਂ ਸ਼ਹਿਦ ਦੀਆਂ ਮੱਖੀਆਂ ਦੇ ਬਕਸੇ ਰੱਖੇ ਹੋਏ ਆ। ਅਸੀਂ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਹਾਂ ਕਿਸਾਨ ਵੀਰਾਂ ਨੂੰ, 15 ਦਿਨ ਦੀ ਸਰਟੀਫਿਕੇਟ ਵੀ ਦਿੰਦੇ ਹਾਂ ਤਾਂ ਕਿ ਉਸ ਤੋਂ ਬਾਅਦ ਉਹ ਲੋਨ ਵੀ ਲੈ ਸਕੇ। ਤੋ ਸ਼ਹਿਦ ਦੀਆਂ ਮੱਖੀਆਂ ਪਾਲਣ ਦੇ ਧੰਦੇ ਵੱਲ ਨੂੰ ਪ੍ਰੇਰਿਤ ਕਰਨ ਲਈ ਅਸੀਂ ਇੱਕ ਪ੍ਰਦਰਸ਼ਨੀ ਲਾਈ ਹੋਈ ਆ। ਫਿਰ ਇਹ ਸਾਰਾ ਆਲਾ ਦੁਆਲਾ ਸੁਧਾਰਨ ਲਈ ਤੋਂ ਬਾਅਦ ਫਿਰ ਮੈਂ ਸੋਚਿਆ ਪੰਛੀਆਂ ਦੇ ਬੈਠਣ ਲਈ ਵੀ ਸਾਨੂੰ ਪ੍ਰਬੰਧ ਕਰਨਾ ਚਾਹੀਦਾ। ਆਲ੍ਹਣੇ ਸੀ, ਆਲ੍ਹਣਿਆਂ ਦਾ ਪ੍ਰਬੰਧ ਕੀਤਾ ਲੱਕੜ ਦਿਆਂ ਦਾ, ਇਹ ਦਰਖਤਾਂ ਦੇ ਉੱਤੇ ਲਾਏ ਆ
ਤੇ ਦਰਖਤਾਂ ਦੇ ਉੱਤੇ ਲਾ ਕੇ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਜਿਹੜਾ ਵਨ ਸੰਬੰਧਤਾ ਦੇ ਨਾਲ ਨਾਲ ਸਾਨੂੰ ਇੱਥੇ ਜੇ ਕੋਈ ਕਿਸਾਨ ਵੀਰ ਆਉਂਦਾ ਬੈਠਣ ਲਈ ਵੀ ਜਗ੍ਹਾ ਚਾਹੀਦੀ, ਫਿਰ ਅਸੀਂ ਇੱਥੇ ਬੈਠਣ ਲਈ ਛੰਨ ਪਾਈ, ਜਿੱਥੇ ਹਰ ਤਰ੍ਹਾਂ ਦੀ ਮੀਟਿੰਗ ਇੱਥੇ BDO ਦਫ਼ਤਰ ਵਾਲੇ ਵੀ ਕਰਦੇ ਆ, ਅਸੀਂ ਵੀ ਕਰ ਲੈਂਦੇ ਹਾਂ ਇੱਥੇ ਸਰ ਬੈਠ ਵੈਸੇ ਕੇ। ਨਾ ਤੁਸੀਂ ਇਹਨੂੰ ਛੰਨ ਕਹਿੰਦੇ ਆ, ਪਰ ਦੇਖਣ ਵਾਲੇ ਨੂੰ ਜੇ ਗਾਣਿਆਂ 'ਚ ਦਿਖਾਈਏ ਤੇ ਲੋਕੇਸ਼ਨ ਬਹੁਤ ਵੱਡੀ ਹੈ ਜੀ। ਅੱਛੀ ਲੋਕੇਸ਼ਨ ਬਹੁਤ ਵਧੀਆ। ਫਿਰ ਇੱਕ ਮੋਟਰ ਸੀ, ਅਸੀਂ ਇਹਨੂੰ ਵੀ ਥੋੜਾ ਜਿਹਾ ਸਾਂਭਣ ਦੀ ਕੋਸ਼ਿਸ਼ ਕੀਤੀ, ਪੁਰਾਣੇ ਵਿਰਸੇ ਦੀ ਮੋਟਰ ਹੈ ਇਹ, ਅਸੀਂ ਇਹਨੂੰ ਢਾਉਣਾ ਨਹੀਂ ਸੀ ਚਾਹੁੰਦੇ, ਹੈ ਤਾਂ ਇਹ ਬੰਦ ਇਸ ਵੇਲੇ, ਪਰ ਇਹਨੂੰ ਥੋੜਾ ਜਿਹਾ ਅਸੀਂ ਵਧੀਆ ਬਣਾ ਕੇ ਵਧੀਆ ਲੱਗ ਰਿਹਾ ਜੀ, ਦੇਖਣ ਨੂੰ ਵਧੀਆ ਲੱਗ ਰਿਹਾ। ਸੋ ਤਕਰੀਬਨ ਕੋਸ਼ਿਸ਼ ਕੀਤੀ ਆ ਵੀ ਦਰਖਤਾਂ ਨੂੰ ਬਚਾਇਆ ਜਾਵੇ, ਵਾਤਾਵਰਨ ਸਾਡਾ ਆਲਾ ਦੁਆਲਾ ਵਧੀਆ ਹੋਵੇ। ਪੰਛੀਆਂ ਦੇ ਜਦੋਂ ਪੰਛੀ ਆਉਂਦੇ ਆ ਨਾ ਸਾਡੇ ਕੋਲ, ਅਸੀਂ ਇਹਨਾਂ ਨੂੰ ਫਿਰ ਉਹਨਾਂ ਦੇ ਚੋਗੇ ਦਾ ਵੀ ਪ੍ਰਬੰਧ ਕਰਦੇ ਹਾਂ, ਹਰ ਰੋਜ਼ ਪਾਉਂਦੇ ਹਾਂ। ਇਹ ਤੁਸੀਂ ਬਹੁਤ ਵੱਡਾ ਹਰ ਰੋਜ਼ ਚੋਗੇ ਦਾ ਪ੍ਰਬੰਧ, ਪਾਣੀ ਦਾ ਪ੍ਰਬੰਧ ਉਹਨਾਂ ਦਾ ਕਰਦੇ ਆ, ਤੇ ਸਾਡੀ ਉਹ ਵੇਟ ਕਰਦੇ ਹੁੰਦੇ ਆ ਹਰ ਰੋਜ਼ ਪੰਛੀ ਵੀ, ਹੁਣ ਆ ਗਏ ਤੇ ਹੁਣ ਦਾਣਾ ਪਊਗਾ, ਮਿਲੂਗਾ ਕੁਝ ਖਾਣ ਸੋ ਕਹਿਣ ਦਾ ਪਾ ਕੇ ਅਸੀਂ ਆਲਾ ਦੁਆਲਾ ਵਾਤਾਵਰਨ ਨੂੰ ਸਾਂਭਣ ਦੇ ਵਿੱਚ ਕਾਫੀ ਯੋਗਦਾਨ ਆਪਣੇ ਵੱਲੋਂ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਹਰ ਕਿਸਾਨ ਵੀਰ ਨੂੰ ਚਾਹੀਦਾ ਕਿ ਜਿਸ ਤਰ੍ਹਾਂ ਅਸੀਂ ਯੋਗਦਾਨ ਪਾ ਰਹੇ ਹਾਂ ਤੇ ਇਹ ਵੀ ਕਿਸਾਨ ਵੀਰ ਵੀ ਯੋਗਦਾਨ ਤੇ ਪਾਉਣ। ਡਾਕਟਰ ਸਾਹਿਬ ਕਿੱਦਾਂ ਦਾ ਸਹਿਯੋਗ ਮਿਲਦਾ ਜੀ ਰੁੜਕੇ ਦੇ ਜਿਹੜੇ ਕਿਸਾਨ ਨੇ, ਜਾਂ ਲਾਗੇ ਛਾਗੇ ਪਿੰਡਾਂ ਦੇ ਜਿਹੜੇ ਕਿਸਾਨ ਆਪਣੇ ਕੋਲ ਆਉਂਦੇ ਆ, ਜਾਂ ਜਿਨ੍ਹਾਂ ਦੇ ਅੰਡਰ ਜਿਹੜਾ ਇਹ ਆਪਣਾ ਮਤਲਬ ਸਾਰਾ ਵਿਭਾਗ ਆਉਂਦਾ ਹੈਗਾ, ਤੇ ਕਿਵੇਂ ਦਾ ਸਹਿਯੋਗ ਮਿਲਦਾ ਜੀ ਉਹਨਾਂ ਕੋਲ? ਬਿਲਕੁਲ, ਇਹ ਮੈਂ ਤੁਹਾਨੂੰ ਜ਼ਰੂਰ ਥੋੜਾ ਜਿਹਾ ਦੱਸਣਾ ਚਾਹੂੰਗਾ। ਅਸੀਂ ਨਾ ਇੱਥੇ ਸਾਡੇ ਦਫ਼ਤਰ ਦੇ ਬਾਹਰ ਜਦੋਂ ਮੈਂ ਆਇਆ, ਇੱਥੋਂ ਨਾ ਮੈਂ ਕੋਸ਼ਿਸ਼ ਕੀਤੀ, ਬਹੁਤ ਸਾਰੇ ਕਿਸਾਨਾਂ ਨੂੰ ਟ੍ਰੇਨਿੰਗ ਦਿੱਤੀ ਆ, ਸਹਾਇਕ ਧੰਦਿਆਂ ਦੀ ਬਹੁਤ ਸਾਰੀਆਂ ਬੀਬੀਆਂ ਨੂੰ ਟ੍ਰੇਨਿੰਗ ਦਿੱਤੀ ਆ ਜੀ ਜੀ, ਪਰ ਬਹੁਤਾ ਕੋਈ ਅੱਗੇ ਨਹੀਂ ਆਉਂਦਾ। ਸਾਡੇ ਕੋਲ ਇੱਕ ਸੈਲਫ ਹੈਲਪ ਗਰੁੱਪ ਚੱਲਦਾ ਜੀ, ਜਿਹੜਾ ਇਸ ਵੇਲੇ ਕੰਮ ਕਰ ਰਿਹਾ, ਯੂਨੀਵਰਸਿਟੀ ਨਾਲ ਵੀ ਉਹ ਜੁੜਿਆ, ਯੂਨੀਵਰਸਿਟੀ ਦੇ ਮੇਲਿਆਂ ਦੇ ਉੱਤੇ ਸਟਾਲ ਲਾਉਂਦਾ। ਉਹ ਜਿਹੜੀਆਂ ਨੇ ਸਬਜ਼ੀਆਂ ਤੇ ਫਰੂਟਸ ਦੀ ਪ੍ਰੀਜ਼ਰਵੇਸ਼ਨ ਕਰਕੇ ਉਹ ਵੇਚਦੇ ਅੱਗੇ ਡੱਬਾਬੰਦੀ ਕਰਕੇ। ਜੀ ਡੱਬਾਬੰਦੀ। ਸੋ ਬਾਹਰ ਇੱਕ ਸਾਡਾ ਸੋਮਾ ਸੈਲਫ ਹੈਲਪ ਗਰੁੱਪ ਦੀ, ਫਿਰ ਮੈਂ ਇੱਕ ਕਿਸਾਨ ਹੱਟ ਵੀ ਬਣਾਈ ਆ ਸੜਕ ਦੇ ਉੱਤੇ। ਆਹੋ ਕੋਈ ਵੀ ਕਿਸਾਨ ਵੀਰ ਆਪਣਾ ਜਿਹੜਾ ਸਮਾਨ ਲਿਆ ਕੇ ਇੱਥੇ ਰੱਖ ਕੇ ਉਹਨੂੰ ਜਗ੍ਹਾ ਪ੍ਰੋਵਾਈਡ ਕਰਾਵਾਂਗੇ, ਚਾਹ ਪਾਣੀ ਵੀ ਦੇਵਾਂਗੇ ਡੇਲੀ ਦਾ, ਤੇ ਉਹ ਆ ਕੇ ਇੱਥੇ ਰੱਖ ਕੇ ਵੇਚ ਸਕਦਾ। ਪਰ ਮੈਨੂੰ ਅਫਸੋਸ ਹੈ ਕਿ ਤਕਰੀਬਨ ਜਿਹੜੇ ਨਾ ਮਾਲਵੇ ਨਾਲੋਂ ਦੁਆਬਾ ਥੋੜਾ ਪਿੱਛੇ ਹੀ ਆ, ਕਿਸਾਨ ਵੀਰ ਅੱਗੇ ਨਹੀਂ ਆਉਂਦੇ। ਪਤਾ ਨਹੀਂ ਤਾਂ ਇਹ ਸ਼ਰਮ ਆਉਂਦੇ ਆ ਤੇ ਜਾਂ ਫਿਰ NRI ਬੈਲਟ ਹੋਣ ਕਰਕੇ, ਕਿਉਂਕਿ ਬਹੁਤੇ ਜੀ ਆ ਜਿਹੜੇ ਉਹ ਬਾਹਰ ਗਏ ਹੋਏ ਆ, ਬਾਹਰਲਾ ਪੈਸਾ ਆਉਂਦਾ ਮੈਨੂੰ ਲੱਗਦਾ, ਤਾਂ ਹੀ ਥੋੜਾ ਜਿਹਾ ਅੱਗੇ ਨੂੰ ਆ ਕੇ ਰਾਜੀ ਨਹੀਂ ਆ। ਜੀ ਇਹੀ ਗੱਲ ਮੈਂ ਕਰਾਂ ਮਾਲਵੇ ਦੀ, ਤੇ ਮਾਲਵੇ 'ਚ ਤਾਂ ਕਿਸਾਨ ਵੀਰ ਆਪਦੇ ਕੱਦੂ ਲਾ ਕੇ ਸੜਕ ਤੇ ਬਹਿ ਕੇ ਵੇਚ ਦਿੰਦਾ, ਉਹਨੂੰ ਕੋਈ ਸ਼ਰਮ ਨਹੀਂ ਆ। ਕੋਈ ਸ਼ਰਮ ਨਹੀਂ ਹੈ ਇਸ ਕੰਮ। ਸ਼ਰਮ ਕਾਹਦੀ? ਦੇਖੋ ਜਿਹਦੇ ਕੋਲ ਪੈਸਾ ਅੱਜ ਉਹੀ ਬੰਦਾ ਕਾਮਯਾਬ ਆ ਜਿਹਦੀ ਜੇਬ 'ਚ ਪੈਸਾ ਆ। ਇਹੋ ਜਿਹੇ ਕਿਸਾਨ ਵੀਰ ਵੀ ਨੇ ਸਾਡੇ ਪੰਜਾਬ ਦੇ ਵਿੱਚ, ਜਿਹੜੇ 1 ਏਕੜ ਦੇ ਵਿੱਚੋਂ 30 ਲੱਖ ਦੀ ਆਮਦਨ ਲੈ ਰਿਹਾ ਪਰ ਈਅਰ, 1 ਸਾਲ ਦੇ ਵਿੱਚ 30 ਲੱਖ ਪਰ ਏਕੜ। ਤੇ ਇਹੋ ਜਿਹੇ ਕਿਸਾਨ ਵੀ ਆ ਜਿਹੜੇ ਵਿਚਾਰੇ ਬਸ ਉਹ ਕਣਕ ਝੋਨਾ ਲਾ ਕੇ ਪਰ ਏਕੜ ਤੁਹਾਨੂੰ ਪਤਾ 50,000 ਵੀ ਨਹੀਂ ਬਚਦਾ। ਸੋ ਕਿਸਾਨ ਵੀਰੋ ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਡਾਕਟਰ ਸਾਹਿਬ ਵੱਲੋਂ ਬਹੁਤ ਤੁਹਾਨੂੰ ਚੰਗੀਆਂ ਜਿਹੜੀਆਂ ਗੱਲਾਂ ਦੱਸੀਆਂ ਗਈਆਂ, ਤੇ ਖੇਤੀ ਨਾਲ ਰਿਲੇਟਡ ਜਿਹੜੀਆਂ ਇਹ ਗੱਲਾਂ ਹੁੰਦੀਆਂ ਨੇ, ਖੇਤੀ ਨਾਲ ਰਿਲੇਟਡ ਗੱਲਾਂ ਤੁਹਾਨੂੰ ਸਾਰੀਆਂ ਟੋਟਲੀ ਜਿਹੜੀਆਂ ਸਾਡੇ ਡਾਕਟਰ ਰਣਜੀਤ ਸਿੰਘ ਚੌਹਾਨ ਜੀ ਉਹਨਾਂ ਵੱਲੋਂ ਦੱਸੀਆਂ ਜਾ ਰਹੀਆਂ ਨੇ। ਸੋ ਡਾਕਟਰ ਸਾਹਿਬ ਇੱਥੇ ਘੜੀ ਦੀਆਂ ਸੂਈਆਂ ਜਿਹੜੀਆਂ ਆਪਣੀ ਰਫ਼ਤਾਰ ਦੇ ਨਾਲ ਚੱਲ ਰਹੀਆਂ, ਤੇ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਕਿਸਾਨਾਂ ਨੂੰ? ਦੇਖੋ ਜੀ, ਪੰਜਾਬ ਦੇ ਸਾਰੇ ਕਿਸਾਨਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੂੰਗਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਵੱਲੋਂ, ਕਿ ਵਾਤਾਵਰਨ ਜੇ ਸਾਫ਼ ਨਾ ਹੋਇਆ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਬੜਾ ਘਾਤਕ ਹੈ। ਵਾਤਾਵਰਨ ਮੈਂ ਪਹਿਲਾਂ ਵੀ ਦੱਸਿਆ, ਹਵਾ, ਪਾਣੀ ਤੇ ਮਿੱਟੀ ਦੇ ਨਾਲ ਬਣਦਾ। ਇਹ ਤਿੰਨੇ ਚੀਜ਼ਾਂ ਦਾਰਮਦਾਰ ਜ਼ਿਮੀਂਦਾਰ ਜਿਹੜਾ ਇਹਦੇ ਨਾਲ ਕਾਫੀ ਰਿਲੇਟਡ ਆ। ਤੇ ਇਸ ਲਈ ਜ਼ਿਮੀਂਦਾਰ ਭਰਾਵਾਂ ਨੂੰ ਜ਼ਿਆਦਾ ਬੇਨਤੀ ਕਰਨੀ ਚਾਹੂੰਗਾ ਕਿ ਕਿਸਾਨ ਵੀਰੋ, ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ ਜੇ ਅਸੀਂ ਲੰਬੇ ਸਮੇਂ ਲਈ ਜੀਣਾ ਹੈ। ਬਸ ਇਹੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ। ਸੋ ਦੋਸਤੋ, ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਦਾਸਤਾਨੇ ਜ਼ਿੰਦਗੀ। ਸੋ ਅੱਜ ਤੁਹਾਡੇ ਨਾਲ ਜਿਨ੍ਹਾਂ ਦੀ ਗੱਲਬਾਤ ਕਰਾਈ, ਜਿਨ੍ਹਾਂ ਦੀ ਮੁਲਾਕਾਤ ਕਰਾਈ, ਉਹ ਖੇਤੀਬਾੜੀ ਵਿਭਾਗ ਦੇ ਨਾਲ ਰਿਲੇਟਡ ਸੀ। ਪਰ ਗਾਂ ਦੀ ਗਾਂ ਜ਼ਿੰਦਗੀ ਦੀ ਦਾਸਤਾਨ ਜਿਹੜੀ ਆ ਕਿਸੇ ਸਰਕਾਰੀ ਆਫੀਸਰ ਦੀ ਹੋਏਗੀ, ਕਿਸੇ ਕਲਾਕਾਰ ਦੀ ਹੋਏਗੀ, ਕਿਸੇ ਸੈਲੀਬ੍ਰਿਟੀ ਦੀ ਹੋਏਗੀ। ਇਸੇ ਤਰ੍ਹਾਂ ਸਾਡੇ ਪ੍ਰੋਗਰਾਮ ਦੇ ਵਿੱਚ ਮਿਲਦੇ ਰਹੋ। ਹੁਣ ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦਿੰਦੀਆਂ। ਦਿਲ ਤਾਂ ਕਰਦਾ ਸੀ ਕਿ ਬਹੁਤ ਗੱਲਾਂ ਕਰੀਏ, ਪਰ ਕੀ ਕਰੀਏ, ਸਮੇਂ ਤੋਂ ਮਜਬੂਰ ਹਾਂ। ਮੈਂ ਸੁੱਖਾ ਬਸ਼ਰ ਇਸੇ ਤਰ੍ਹਾਂ ਤੁਹਾਨੂੰ ਵੱਖ-ਵੱਖ ਜਿਹੜੀਆਂ ਸੈਲੀਬ੍ਰਿਟੀਜ਼ ਦੇ ਨਾਲ ਮਿਲਾਉਂਦਾ ਰਹਾਂਗਾ ਪ੍ਰੋਗਰਾਮ ਦਾਸਤਾਨੇ ਜ਼ਿੰਦਗੀ ਦੇ ਵਿੱਚ।